ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਹੋਰ ਨਵਾਂ ਸਵਾਲ ਲੈ ਕੇ ਅੱਜ ਹਾਜ਼ਰ ਹੋ ਚੁੱਕੇ ਹਾਂ। ਇਹ ਸਵਾਲ ਤੁਹਾਡੇ ਵੱਲੋਂ ਲਗਭਗ ਡੇਢ ਕੁ ਮਹੀਨਾ ਪਹਿਲਾਂ ਆਇਆ ਸੀ ਤੇ ਤੁਸੀਂ ਵੀ ਹੋ ਸਕਦਾ ਹੈ ਕਿ ਆਪਣੇ ਸਵਾਲ ਦੇ ਜਵਾਬ ਦੀ ਉਡੀਕ ਕਰ ਰਹੇ ਹੋਵੋ। ਤੁਹਾਨੂੰ ਦੱਸ ਦਈਏ ਕਿ ਇਹ ਜਿਹੜੇ ਸੈਗਮੈਂਟਸ ਹੁੰਦੇ ਹਨ ਇਹ ਪ੍ਰੀ ਰਿਕਾਰਡਡ ਹੁੰਦੇ ਹਨ। ਅਸੀਂ 5 ਤੋਂ ਲੈ ਕੇ 6 ਸੈਗਮੈਂਟ ਇਕੱਠੇ ਕਰ ਲੈਂਦੇ ਹਾਂ। ਜਿਹੜੇ ਤੁਹਾਡੇ ਸਵਾਲ ਸਾਡੇ ਤੱਕ ਅੱਜ ਆ ਰਹੇ ਹਨ ਅਸੀਂ ਇਹਨਾਂ ਨੂੰ ਆਉਂਦੇ 1-2 ਮਹੀਨਿਆਂ ਤੱਕ ਹੀ ਪੇਸ਼ ਕਰ ਪਾਵਾਂਗੇ। ਸੋ ਆਪਣੇ ਸਵਾਲ ਦਾ ਜਵਾਬ ਉਡੀਕ ਲੈਣ ਦੀ ਥੋੜੀ ਜਿਹੀ ਉਡੀਕ ਕਰੋ। ਇਸ ਸਮੇਂ ਸਾਡੇ ਨਾਲ ਬੀਬੀ ਇੰਦਰਪਾਲ ਕੌਰ ਦੁਆਰਾ ਫਿਰ ਹਾਜ਼ਰ ਹਨ। ਆਓ ਪਹਿਲਾਂ ਪ੍ਰੋਗਰਾਮ ਚ ਸਵਾਗਤ ਕਰੀਏ। ਭੈਣ ਜੀ ਕੌਣ ਸਵਾਲ ਜੀ ਆਇਆ ਜੀ। ਅਗਲਾ ਸਵਾਲ ਵਿਨੀਪੈਗ ਤੋਂ ਆਇਆ ਜੋ ਕਹਿੰਦੇ ਨਾਮ ਨਹੀਂ ਮੇਰਾ ਲੈਣਾ। ਮੇਰਾ 14 ਸਾਲ ਦਾ ਬੱਚਾ ਹੈ। ਜਿਉਂ-ਜਿਉਂ ਵੱਡਾ ਹੋ ਰਿਹਾ ਉਹਦੀ ਬੋਲੀ ਵਿਗੜਦੀ ਜਾ ਰਹੀ ਆ। ਹਰ ਕਿਸੇ ਨਾਲ ਉਹ ਡਿਸਰਿਸਪੈਕਟਫੁਲ ਤਰੀਕੇ ਨਾਲ ਬੋਲਦਾ ਵਾ ਤੇ ਇਸ ਤੋਂ ਇਲਾਵਾ ਉਹ ਪਾਠ ਕਰਨਾ ਜਾਂ ਗੁਰਦੁਆਰੇ ਜਾਣਾ ਵੀ ਪਸੰਦ ਨਹੀਂ ਕਰਦਾ। ਉਹ ਕਹਿੰਦਾ ਹੈ ਕਿ ਸਕਸੈਸ ਤੇ ਮੈਂ ਪੜ੍ਹ ਕੇ ਲੈਣੀ ਆ, ਫਿਰ ਸਮਾਂ ਕਿਉਂ ਬਰਬਾਦ ਕਰਾਂ ਪਾਠ ਪੂਜਾ ਕਰਨ ਦੇ ਵਿੱਚ। ਰੱਬ ਕਿਸੇ ਨੂੰ ਪਾਠ ਕਰਨ ਦੇ ਪੈਸੇ ਨਹੀਂ ਦਿੰਦਾ। ਮੈਂ ਬਹੁਤ ਅਪਸੈਟ ਹਾਂ। ਮੈਂ ਇਹ ਸਵਾਲ ਤਾਂ ਭੇਜ ਰਹੀ ਹਾਂ ਕਿਉਂਕਿ ਮੇਰੇ ਵਰਗੇ ਹੋਰ ਬੜੇ ਪੇਰੈਂਟਸ ਹਨ ਜੋ ਇਸ ਮੁਸ਼ਕਲ ਨਾਲ ਜੂਝ ਰਹੇ ਹਨ। ਤੁਹਾਡੇ ਵੱਲੋਂ ਮੇਰੀ ਮਦਦ ਕਿਸ ਤਰ੍ਹਾਂ ਹੋ ਸਕਦੀ ਹੈ? 14 ਸਾਲ ਦਾ ਬੱਚਾ ਹੈ ਅਤੇ ਉਸਦੀ ਇਹ ਸੋਚਣੀ ਕਿ ਮੈਂ ਗੁਰਦੁਆਰੇ ਅਤੇ ਪਾਠ ਕਿਉਂ ਜਾਵਾਂ ਜੀ, ਕਿਉਂਕਿ ਮੈਨੂੰ ਇਹ ਸਮਝ ਆ ਗਈ ਹੈ ਕਿ ਰੱਬ ਜੀ ਨੇ ਜੋ ਪੜ੍ਹਾਈ ਕੀਤੀ ਹੈ ਉਸ ਦਾ ਫਲ ਦੇਣਾ ਹੈ, ਨਾ ਕਿ ਪਾਠ ਕਰਨ ਦਾ। ਠੀਕ ਹੈ। ਅਤੇ ਮਾਂ ਵੱਲੋਂ ਇਹ ਵਾਲੀ ਸਿਚੁਏਸ਼ਨ ਕਿ ਮੇਰਾ ਬੱਚਾ ਪਾਠ ਕਰੇ, ਗੁਰਦੁਆਰੇ ਜਾਏ, ਇਹ ਦੋਨਾਂ ਦੇ ਕੋਲ ਨਾ ਅਧੂਰਾ ਅੱਧਾ ਸੱਚ ਹੈ ਤੇ ਉਹਦਾ ਅੱਧਾ ਸੱਚ ਤੇ ਉਸਦਾ ਅੱਧਾ ਸੱਚ ਆਪਸ ਦੇ ਵਿੱਚ ਜੁੜ ਨਹੀਂ ਪਾ ਰਿਹਾ, ਜਿਸ ਕਾਰਨ ਇਹ ਮਾਤਾ ਜੀ ਨੂੰ ਆਪਣੇ ਬੱਚੇ ਨੂੰ ਰਹਿਨੁਮਾਈ ਨਹੀਂ ਕਰ ਪਾ ਰਹੇ। ਠੀਕ ਹੈ। ਹੁਣ ਅਧੂਰਾ ਸੱਚ ਕਿਵੇਂ ਹੈ? ਦੇਖੋ, ਬੱਚਾ ਕਹਿ ਰਿਹਾ ਹੈ ਕਿ ਰੱਬ ਜੀ ਜਿਹੜੇ ਨੇ ਪਾਠ ਕਰਨ ਨੂੰ, ਅਰਦਾਸਾ ਕਰਨ ਦੇ ਨਾਲ ਐਡਮਿਸ਼ਨ ਨਹੀਂ ਦਿੰਦੇ, ਉਹ ਪੜਨ ਦੇ ਨਾਲ ਦਿੰਦੇ ਨੇ। ਡੈਫੀਨੇਟਲੀ ਉਸਨੂੰ ਇਹ ਗੱਲ ਪਤਾ ਹੈ ਕਿ ਮਿਹਨਤ ਦਾ ਹੀ ਫਲ ਮਿਲਦਾ ਹੈ। ਇੱਕ ਲੈਵਲ ਤੇ ਠੀਕ ਵੀ ਹੈ, ਇੱਕ ਲੈਵਲ ਤੇ ਅੱਧਾ ਸੱਚ ਹੈ ਦੇਖੋ। ਠੀਕ ਹੈ। ਲੇਕਿਨ ਨਾਲ ਹੀ ਗੁਰਦੁਆਰੇ ਜਾ ਕੇ ਪਾਠ ਕਰਨ ਦੇ ਨਾਲ, ਸੱਚ ਸਿੱਖਣ ਦੇ ਨਾਲ ਕਿਹੋ ਜਿਹਾ ਜੀਵਨ ਮਿਲਦਾ ਹੈ ਉਸ ਬਾਰੇ ਉਸਨੂੰ ਕੋਈ ਚਾਨਣਾ ਨਹੀਂ ਹੈ, ਕੋਈ ਰੋਸ਼ਨੀ ਨਹੀਂ ਹੈ। ਠੀਕ ਹੈ। ਅੱਧੀ ਗੱਲ ਉਸਨੂੰ ਪਤਾ ਹੈ। ਹੁਣ ਦੂਜੇ ਪਾਸੇ ਮਾਤਾ ਜੀ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਪਾਠ ਕਰਨਾ ਹੈ, ਅਰਦਾਸ ਕਰਨੀ ਹੈ, ਸ਼ਾਇਦ ਉਹ ਸੋਚ ਰਹੇ ਹਨ ਇਸ ਦੇ ਨਾਲ ਇਸ ਦਾ ਕਰੀਅਰ ਬਣ ਜਾਏਗਾ, ਉੱਥੋਂ ਉਹ ਅਗਿਆਨੀ ਹਨ। ਉਹ ਬੱਚੇ ਨੂੰ ਦੱਸ ਨਹੀਂ ਪਾ ਰਹੇ ਕਿ ਇਹ ਪਾਠ ਅਤੇ ਇਹ ਗੁਰਦੁਆਰੇ ਜਾਣਾ, ਅਰਦਾਸ ਤੇਰੇ ਜੀਵਨ ਦੇ ਵਿੱਚ ਕਿਹੜੀ ਤਬਦੀਲੀ ਲਿਆ ਸਕਦਾ ਹੈ। ਸੋ ਉਹਨਾਂ ਦੇ ਕੋਲ ਵੀ ਅਧੂਰਾ ਸੱਚ। ਮਾਤਾ ਜੀ ਨੂੰ ਇਹ ਲੱਗਦਾ ਕਿ ਪਾਠ ਕਰਕੇ ਤੇ ਪ੍ਰਮਾਤਮਾ ਕੋਲ ਜ਼ਿਆਦਾ ਖੁਸ਼ ਹੋਵੇਗਾ ਤੇ ਫਿਰ ਇਹਨੂੰ ਤਰੱਕੀ ਮਿਲੇਗੀ। ਸੋ ਆਪਣੇ ਆਪ ਦੇ ਵਿੱਚ ਦੋਨਾਂ ਦੇ ਕੋਲ ਅੱਧਾ ਸੱਚ ਹੋਣ ਕਾਰਨ ਇਹਨਾਂ ਦੀ ਜਿਹੜੀ ਹੈ ਗੱਲ ਆਪਸ ਦੇ ਵਿੱਚ ਜਿਹੜੀ ਹੈ ਉਹ ਜੁੜ ਨਹੀਂ ਪਾ ਰਹੀ ਤੇ ਇਹਨਾਂ ਦੀ ਪ੍ਰੋਬਲਮ ਸੋਲਵ ਨਹੀਂ ਹੋ ਰਹੀ। ਠੀਕ ਹੈ। ਅਸੀਂ ਪਹਿਲੇ ਬੱਚੇ ਵੱਲੋਂ ਗੱਲ ਕਰਦੇ ਹਾਂ। ਬੱਚੇ ਨੂੰ ਪਤਾ ਹੈ, ਸ਼ੁਕਰ ਹੈ ਕਿ ਉਸਨੂੰ ਇਹ ਸੱਚ ਪਤਾ ਹੈ ਕਿ ਦੁਨੀਆ ਦੇ ਵਿੱਚ ਮਿਹਨਤ ਕਰਕੇ ਹੀ, ਮਿਹਨਤ ਦਾ ਹੀ ਫਲ ਪ੍ਰਾਪਤ ਹੁੰਦਾ ਹੈ। ਠੀਕ। ਇਸ ਗੱਲ ਦੇ ਬਾਰੇ ਉਸਨੂੰ ਚਾਨਣ ਪੈ ਗਿਆ, ਉਹ ਮਿਹਨਤ ਦੇ ਰਸਤੇ ਤੇ ਪੈ ਗਿਆ, ਉਸਨੂੰ ਮੁਬਾਰਕ ਹੈ। ਠੀਕ ਹੈ। ਲੇਕਿਨ ਜੋ ਉਹਦੇ ਮਾਤਾ ਜੀ ਉਸਨੂੰ ਇਹ ਸੰਦੇਸ਼ ਦੇ ਰਹੇ ਨੇ ਕਿ ਉਹ ਗੁਰਬਾਣੀ ਦਾ ਪਾਠ ਕਰੇ, ਐਕਚੁਅਲੀ ਕਰਨ ਤੋਂ ਭਾਵ ਹੈ ਕਿ ਹੋਂ ਵਾਰੀ ਜਿਉਂ ਵਾਰੀ ਪੜ ਬੁੱਝ ਮਨ ਵਸਾਵਣਿਆ। ਪੜਨ ਤੋਂ ਬਾਅਦ ਨਾ ਉਸਨੂੰ ਬੁੱਝਣ ਦੀ ਅਵਸਥਾ ਹੈਗੀ ਹੈ। ਪੜ ਬੁੱਝ, ਬੁੱਝਣਾ, ਹੁਕਮੈ ਬੁਝੈ ਤੋਤਾ ਦਰ ਸੂਝੈ। ਜਿਹੜੀ ਬੁੱਝਣ ਵਾਲੀ ਗੱਲ ਹੈ ਨਾ, ਉਹ ਸ਼ਾਇਦ ਉਸ ਬੱਚੇ ਨੂੰ ਨਹੀਂ ਪਤਾ ਕਿ ਉਹ ਬੁੱਝਣ ਦੇ ਨਾਲ ਉਸਦਾ ਕਿਵੇਂ ਫਾਇਦਾ ਚੁਕਾ ਸਕਦੀ ਹੈ। ਗੁਰਬਾਣੀ ਦੇ ਵਿੱਚ ਆਪਣੇ ਆਪ ਦੇ ਵਿੱਚ ਸਾਨੂੰ ਕਿਹਾ ਗਿਆ ਹੈ, ਅਵਰ ਜੋਨ ਤੇਰੀ ਪਨਿਹਾਰੀ, ਇਸ ਜੰਗਲ ਮੈਂ ਤੇਰੀ ਸਿੱਖਦਾਰੀ। ਸਿੱਖਦਾਰੀ ਮੀਨ ਸਰਦਾਰੀ। ਗੁਰਬਾਣੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਮਨੁੱਖ ਨੂੰ ਕਹਿਤਾ, ਬਾਕੀ ਜਿਤਨਾ ਜੂਨੀਆਂ ਨੇ ਨਾ ਤੇਰੀਆਂ, ਤੇਰੀ ਪਨਿਹਾਰੀ ਮੀਨਸ ਤੇਰੀ ਪਾਣੀ ਭਰਨ ਵਾਲੀਆਂ, ਮੀਨਸ ਤੇਰੇ ਤੋਂ ਨੀਵੀਆਂ। ਇਸ ਜੰਗਲ ਮੈਂ ਤੇਰੀ ਸਿੱਖਦਾਰੀ, ਸਿੱਖਦਾਰੀ ਮੀਨ ਤੈਨੂੰ ਮੈਂ ਸਰਦਾਰੀ ਦੇ ਕੇ ਭੇਜਿਆ। ਪਰ ਜਦੋਂ ਅਸੀਂ ਗੁਰਬਾਣੀ ਦੀ ਮੱਤ ਨਹੀਂ ਲੈਂਦੇ, ਸੋਝੀ ਨਹੀਂ ਲੈਂਦੇ ਨਾ, ਤੇ ਅਸੀਂ ਬਾਕੀ ਜੂਨੀਆਂ ਵਾਲਾ ਬਿਹੇਵੀਅਰ ਜੀਵਨ ਦੇ ਵਿੱਚ ਸ਼ੁਰੂ ਕਰ ਦਿੰਦੇ ਹਾਂ ਅਤੇ ਉਸ ਬਿਹੇਵੀਅਰ ਕਾਰਨ ਸਾਡੀ ਸੋਚ ਜਿਹੜੀ ਹੈ ਨਾ ਉਹ ਨੈਗੇਟਿਵਿਟੀ ਵਾਲੀ ਹੋ ਜਾਂਦੀ ਹੈ। ਅਸੀਂ ਸਦੀਵੀ ਸਫਲਤਾ ਹਾਸਲ ਨਹੀਂ ਕਰ ਸਕਦੇ। ਨੰਬਰ 1 ਦੇਖੋ, ਇਹ ਬੱਚਾ 14 ਸਾਲ ਦਾ ਹੈ ਤੇ ਇਹਦੀ ਬੋਲੀ ਵਿਗੜਨੀ ਸ਼ੁਰੂ ਹੋ ਗਈ ਹੈ। ਇਹ ਆਪਣੇ ਆਪ ਦੇ ਵਿੱਚ ਦੱਸ ਰਿਹਾ ਹੈ
ਕਿ ਇਹ ਅਨਸਕਸੈਸਫੁਲ ਜੀਵਨ ਵੱਲ ਵੱਧ ਰਿਹਾ ਹੈ, ਕਿਉਂਕਿ ਮਾੜੀ ਬੋਲੀ ਦੇ ਨਾਲ ਨਾ ਤਾਂ ਸਾਡੇ ਰਿਸ਼ਤੇ ਘੜਦੇ ਨੇ ਬਿਜ਼ਨਸ ਦੇ ਵਿੱਚ, ਨਾ ਹੀ ਸਾਡੇ ਸਪਾਊਸ ਨਾਲ, ਤੇ ਨਾ ਹੀ ਸਾਡੇ ਕਲਾਇੰਟ ਨਾਲ। ਠੀਕ ਹੈ। ਸੋ ਆਪਣੇ ਆਪ ਦੇ ਵਿੱਚ ਇੱਕ ਅਵਗੁਣ ਨਹੀਂ, ਅਨੇਕਾਂ ਹੀ ਅਵਗੁਣ ਇੱਥੋਂ ਆ ਜਾਣੇ ਨੇ ਇਸ ਬੱਚੇ ਦੇ ਵਿੱਚ। ਉਹਨੂੰ ਪਤਾ ਨਹੀਂ ਲੱਗਣਾ ਕਦੋਂ ਫਰਸਟ੍ਰੇਟ ਹੋ ਰਿਹਾ, ਕਦੋਂ ਚਿੱਠਾ ਪੈ ਰਿਹਾ। ਤਾਂ ਹੀ ਗੁਰਬਾਣੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਕਿਹਾ, ਆਇਆ ਸਫਲ ਤਾਹੂ ਕੋ ਗਨੀਐ। ਸਫਲ ਕੌਣ ਹੈ? ਜਾਸ ਜਸਨ ਹਰ ਹਰ ਜਸ ਪਨੀਐ। ਮਤਲਬ ਹਰ ਹਰ ਜਸ ਭੰਨਣਾ, ਜ਼ਬਾਨ ਤੋਂ ਸਿਰਫ ਵਾਹਿਗੁਰੂ ਵਾਹਿਗੁਰੂ ਕਰਨਾ ਨਹੀਂ ਹੈ। ਜਿਸ ਦੀ ਸੋਚਣੀ ਵਿੱਚ ਮੈਂ ਪੋਜ਼ਿਟਿਵਿਟੀ ਕ੍ਰੀਏਟਿਵਿਟੀ ਭਰ ਦਿੱਤੀ, ਉਹੀ ਜੀਵਨ ਵਿੱਚ ਆਇਆ ਸਫਲ ਹੈ। ਠੀਕ ਹੈ। ਤਾਂ ਇਸ ਬਾਰੇ ਬੱਚੇ ਨੂੰ ਕੋਈ ਚਾਨਣਾ ਨਹੀਂ ਹੈ। ਕਾਸ਼ ਉਹਦੇ ਮਾਤਾ ਜੀ ਬੱਚੇ ਨੂੰ ਇਹ ਦੱਸ ਸਕਣ, ਬੇਟਾ ਕਿ ਜੋ ਤੂੰ ਮਿਹਨਤ ਕਰਦਾ ਪਿਆ, ਇਸ ਮਿਹਨਤ ਦਾ ਤੂੰ ਫਲ ਵੀ ਭੁਗਤੇ, ਉਹਦੇ ਵਾਸਤੇ ਤੈਨੂੰ ਗੁਰਬਾਣੀ ਜੀਵਨ ਜਾਂਚ ਦੱਸਦੀ ਹੈ, ਤੈਨੂੰ ਉਹ ਵਾਲਾ ਗੁਰਮਿਰਚਜ ਅਚਾਰ ਸਿੱਖ ਦੱਸਦੀ ਹੈ ਕਿ ਤੂੰ ਇਸ ਦੀ ਵਰਤੋਂ ਕਿਵੇਂ ਕਰ ਸਕੇ। ਐਂਡ ਮੇਰੇ ਪਰਸਨਲ ਲਾਈਫ ਵਿੱਚ ਮੈਂ ਬੱਚੇ ਨੂੰ ਦੱਸਣਾ ਚਾਹਾਂਗੀ ਕਿ ਮੇਰੇ ਬੱਚੇ ਨੇ ਮੈਨੂੰ ਐਡਮਿਟ ਕੀਤਾ ਹੈ ਕਿ ਉਸ ਨੂੰ ਇਸ ਨੌਲੇਜ ਦਾ ਆਪਣੀ ਜੌਬ ਪ੍ਰੋਫੈਸ਼ਨ ਦੇ ਵਿੱਚ ਬੜਾ ਬੈਨੀਫਿਟ ਹੋਇਆ ਹੈ ਕਿ ਕਿਵੇਂ ਉਹ ਪ੍ਰੋਗਰੈਸ ਕੀਤਾ ਹੈ ਇਸ ਗੁਰੂ ਦੀ ਵਿਜ਼ਡਮ ਨੂੰ ਲੈ ਕੇ। ਸੋ ਇਹ ਬੱਚੇ ਨੂੰ ਸਮਝਣਾ ਪਊਗਾ ਕਿ ਡੈਫੀਨੇਟਲੀ ਇਹ ਅਰਦਾਸ ਨੂੰ ਐਡਮਿਸ਼ਨ ਔਰ ਨੌਕਰੀ ਨਹੀਂ ਦਿਲਾਏਗੀ, ਪਰ ਉਸਨੂੰ ਉਹ ਵਿਵੇਕ ਬੁੱਧੀ ਦੇਗੀ ਜਿਹੜੀ ਇਸ ਨੂੰ ਕਦਮ ਕਦਮ ਦੇ ਉੱਤੇ ਕੰਮ ਆਏਗੀ, ਆਪਣੇ ਬਿਜ਼ਨਸ ਦੇ ਵਿੱਚ, ਆਪਣੀ ਨੌਕਰੀ ਦੇ ਵਿੱਚ, ਆਪਣੀ ਕਲਾਇੰਟਸ ਦੇ ਨਾਲ, ਆਪਣੀ ਫੈਮਿਲੀ ਦੇ ਨਾਲ ਡੀਲ ਕਰਨ ਵਿੱਚ। ਚੰਗੀ ਗੱਲ ਇਹ ਹੈ ਕਿ ਜਿਹੜੇ ਦੋਨਾਂ ਦੇ ਦਿਮਾਗਾਂ 'ਚ 50-50 ਹਨ, 50-50 ਉਹ ਦੋਨੋਂ ਇੱਕ ਦੂਜੇ ਨਾਲ ਐਕਸਚੇਂਜ ਕਰ ਲੈਣ ਜੀ, ਤੇ ਦੋਨਾਂ ਦਾ ਹੀ ਫਾਇਦਾ ਹੋ ਸਕਦਾ ਜੀ। ਤੇ ਮਾਤਾ ਜੀ ਨੂੰ ਇਹ ਸਮਝਣਾ ਪਏਗਾ ਕਿ ਜਦੋਂ ਉਹ ਕਹਿ ਰਹੇ ਨੇ ਕਿ ਬੱਚਾ ਦੇਖੋ ਗੁਰਦੁਆਰੇ ਦੇ ਵਿੱਚ, ਅੱਜ ਸਾਡੇ ਗੁਰਦੁਆਰੇ ਫੇਲ ਹੋ ਚੁੱਕੇ ਨੇ ਬੱਚਿਆਂ ਵਾਸਤੇ, ਉਹਨਾਂ ਨੇ ਕੋਈ ਪ੍ਰੋਗਰਾਮਸ ਉਲੀਕੇ ਹੀ ਨਹੀਂ, ਇਸ ਲਈ ਜਵਾਕ ਜਾਣਾ ਚਾਹੁੰਦੇ ਉੱਥੇ, ਜਵਾਕ ਜਾਣਾ ਨਹੀਂ ਚਾਹੁੰਦੇ। ਇਹਦੇ ਵਿੱਚ ਕੋਈ ਡਾਊਟ ਨਹੀਂ ਹੈ ਕਿ ਉਹਨਾਂ ਦੇ ਅਕੋਰਡਿੰਗਲੀ ਮਾਹੌਲ ਕ੍ਰੀਏਟ ਨਹੀਂ ਕੀਤਾ ਹੋ ਰਿਹਾ ਉੱਥੇ। ਪਰ ਗੁਰਦੁਆਰਾ ਡਸ ਨਾਟ ਮੀਨ ਓਨਲੀ ਉਹ ਚਾਰ ਦੀਵਾਰੀ। ਹਾਂ, ਉੱਥੇ ਜਾ ਕੇ ਅਸੀਂ ਹੰਬਲਨੈਸ ਹਿਊਮਿਲਿਟੀ ਵਿੱਚ ਅਸੀਂ ਜਾ ਕੇ ਸੇਵਾ ਕਰੀਏ, ਉਹ ਨਮਰਤਾ ਨੂੰ ਅਸੀਂ ਬਾਹਰ ਪ੍ਰੈਕਟਿਸ ਕਰੀਏ। ਠੀਕ ਹੈ। ਪਰ ਉਹ ਬੱਚਾ ਕਿੱਥੋਂ ਵੀ ਸਿੱਖ ਸਕਦਾ ਹੈ। ਸੰਗਤੀ ਰੂਪੀ ਜਾ ਕੇ ਬੈਠਣਾ, ਕੀਰਤਨ ਦੇ ਵਿੱਚ ਬਹਿਣਾ, ਪਰ ਉਹ ਕੀਰਤਨ ਸਮਝ ਆਣਾ ਚਾਹੀਦਾ। ਬੱਚਾ ਠੀਕ ਕਹਿੰਦਾ ਹੈ। ਅਸੀਂ ਜਦੋਂ ਕਲਾਸਿਸ ਲੈਂਦੇ ਆ ਤੇ ਜਦੋਂ ਬੱਚਿਆਂ ਨੂੰ ਪ੍ਰੈਕਟਿਸ ਕਰਾਉਂਦੇ ਆ 3-3 4-4 ਹਫ਼ਤੇ ਇੱਕ ਸ਼ਬਦ, ਉਸ ਤੋਂ ਬਾਅਦ ਕਹਿੰਦੇ ਨੇ ਸਾਨੂੰ ਸਭ ਕੁਝ ਸਮਝ ਆਉਂਦਾ, ਸਾਡਾ ਮਨ ਨਹੀਂ ਭਟਕਦਾ। ਤੇ ਪੱਲੇ ਕੋ ਨਹੀਂ ਪੈਣਾ ਤੇ ਹਾਂਜੀ। ਉਹਦਾ ਫਾਇਦਾ ਵੀ ਕੋਈ ਨਹੀਂ ਸੋ ਉਹ ਮਾਤਾ ਜੀ ਬੱਚੇ ਵਾਸਤੇ ਅਰੇਂਜ ਕਰਨ ਕਿ ਕਿਸ ਤਰੀਕੇ ਦੇ ਨਾਲ ਇਸ ਬੱਚੇ ਨੂੰ ਗੁਰਬਾਣੀ ਸਮਝ ਆ ਸਕੇ, ਗੁਰਬਾਣੀ ਜਿਹੜੀ ਵਿਜ਼ਡਮ ਹੈ ਉਹ ਕਿਵੇਂ ਉਸਨੇ ਅਪਲਾਈ ਕਰਨੀ ਹੈ ਆਪਣੇ ਚੈਲੰਜਸ ਦੇ ਵਿੱਚ, ਪੀਅਰ ਪ੍ਰੈਸ਼ਰ ਦੇ ਵਿੱਚ, ਹੈ ਨਾ, ਆਉਣ ਵਾਲੇ ਸਮੇਂ ਦੇ ਵਿੱਚ। ਬਾਹਰ ਡਰੱਗਸ, ਐਲਕੋਹਲ, ਸਾਰਾ ਮਾਹੌਲ ਇਤਨਾ ਨੈਗੇਟਿਵ ਹੈਗਾ, ਉਹਦੇ ਵਿੱਚੋਂ ਗੁਰਬਾਣੀ ਨੇ ਉਸਨੂੰ ਕਿਵੇਂ ਕੱਢਣਾ ਹੈ, ਕਰਨਾ ਹੈ। ਸੋ ਇਹ ਬੱਚੇ ਨੂੰ ਪਤਾ ਲੱਗ ਜਾਏ ਕਿ ਅਵਰ ਜੋਨ ਤੇਰੀ ਪਨਿਹਾਰੀ, ਇਸ ਜੰਗਲ में तेरी ਸਿੱਖਦਾਰੀ, ਤੂੰ ਇਸ ਧਰਤੀ ਦੇ ਉੱਤੇ ਰਾਜ ਕਰਨ ਆਇਆ ਹੈ, ਲੇਕਿਨ ਵਿਕਾਰ ਤੇਰੇ ਤੇ ਰਾਜ ਕਰ ਲੈਣ, ਮਾੜੀ ਜ਼ਬਾਨ ਤੇਰੇ ਤੇ ਵੀ ਉਹ ਕਰ ਲੈ, ਰਾਜ ਕਰ ਲੈ, ਤਾਂ ਉਹ ਤੂੰ ਸਿੱਖਦਾਰੀ ਨਹੀਂ ਕਰ ਸਕੇਗਾ, ਤੂੰ ਸਰਦਾਰੀ ਨਹੀਂ ਕਮਾ ਸਕੇਗਾ। ਸਰਦਾਰੀ ਉਹ ਕਮਾ ਸਕਦਾ ਹੈ ਜਿਹਦੇ ਕੋਲ ਇਹ ਸਾਰੇ ਗੁਣ ਹੁੰਦੇ ਹਨ। ਸੋ ਉਹ ਗੁਣ ਸਾਨੂੰ ਗੁਰਬਾਣੀ ਬਖਸ਼ਦੀ ਹੈ। ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਮਾਤਾ ਜੀ ਔਰ ਉਹਨਾਂ ਦਾ ਬੱਚਾ 14 ਸਾਲ ਦਾ ਦੋਨੋਂ ਬੈਠ ਕੇ ਇਸ ਗੱਲ ਨੂੰ ਸ਼ੇਅਰ ਕਰਨ ਕਿ ਤੁਸੀਂ ਮੈਨੂੰ ਕਿਉਂ ਸਿੱਖਣਾ ਚਾਹੁੰਦੇ ਹੋ, ਗੁਰਬਾਣੀ ਦਾ ਕੀ ਫਾਇਦਾ ਹੈ, ਉਹ ਦੱਸਣ ਅਤੇ ਉਹ ਆਪਣੀ ਗੱਲ ਦੱਸੇ। ਡੈਫੀਨੇਟਲੀ ਇਸ ਬੱਚੇ ਨੂੰ ਫਾਇਦਾ ਹੋਊਗਾ ਗੁਰਬਾਣੀ ਦਾ ਜੀਵਨ ਦੇ ਵਿੱਚ। ਇਹ ਬੱਚਾ ਸਾਨੂੰ ਫੋਨ ਕਰਕੇ ਪੁੱਛ ਸਕਦਾ ਹੈ, ਜੇਕਰ ਲੋਕਲ ਹੈ ਤੇ ਸਾਨੂੰ ਮਿਲ ਸਕਦਾ ਹੈ, ਸਾਡੀਆਂ ਕਲਾਸਿਸ ਅਟੈਂਡ ਕਰ ਸਕਦਾ ਹੈ। ਅਸੀਂ ਯੂਥ ਦੀਆਂ ਵੀ ਕਲਾਸਿਸ ਕਰਦੇ ਹੈਗੇ ਆ, ਟੀਨੇਜਰਸ ਦੀਆਂ ਕਲਾਸਿਸ ਕਰਦੇ ਆ। ਇਹ ਡੈਫੀਨੇਟਲੀ ਆਪਣੇ ਜੀਵਨ ਦੇ ਵਿੱਚ ਸਦੀਵੀ ਸਕਸੈਸ, ਕਾਮਯਾਬੀ ਜਿਹੜੀ ਹੈ ਗੁਰਬਾਣੀ ਦੇ ਦੁਆਰਾ ਕਮਾ ਸਕਦਾ ਹੈ। ਜੀ, ਜੇਕਰ ਇਸ ਤਰ੍ਹਾਂ ਦੀ ਸਿਚੁਏਸ਼ਨ ਕਿਸੇ ਵੀ ਪਰਿਵਾਰ ਦੀ ਹੈ, ਤੁਸੀਂ ਸਮੇਂ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ ਜਾਂ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਸ ਪਰਿਵਾਰ ਦੀ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ, ਤਾਂ ਤੁਸੀਂ ਭੈਣ ਜੀ ਉਹਨਾਂ ਨੂੰ ਮਿਲਾ ਸਕਦੇ ਹੋ। ਤਾਂ ਡੈਫੀਨੇਟਲੀ ਅਸੀਂ ਮਹਿਸੂਸ ਕਰਦੇ ਹਾਂ ਕਿ ਕਿਤੇ ਨਾ ਕਿਤੇ ਜਾ ਕੇ ਜ਼ਿੰਦਗੀ ਦੇ ਵਿੱਚ ਬਿਹਤਰੀ ਹੋਵੇਗੀ।